मैं पहला जिवें कहा कि एक फौजी दी धी अगले बन्ने भी कि सौहरा साहब भी दादा सौहरा भी फौजी और इस सफ़र सियासत ਦੇ ਵਿੱਚ ਕਿੱਦਾਂ ਐਂਟਰੀ ਹੋਈ ਸਭ ਤੋਂ ਪਹਿਲਾਂ ਜਦੋਂ ਸਾਡਾ ਵਿਆਹ ਹੋਇਆ ਤਾਂ ਰਿਸੈਪਸ਼ਨ ਤੋਂ ਹੀ ਅਗਲੇ ਦਿਨ ਅਸੀਂ ਸਮਾਨ ਪੈਕ ਕਰਕੇ ਗੱਡੀ 'ਚ ਰੱਖ ਲਿਆ ਸੀ ਕਿਉਂਕਿ ਉਦੋਂ ਮੇਰੀ NSUI ਦੀ ਇਲੈਕਸ਼ਨ ਚੱਲ ਰਹੀ ਸੀ ਔਰ ਉਹ ਅਗਲੇ ਦਿਨ ਹੀ ਅਸੀਂ ਜ਼ਿਲ੍ਹੇ ਜਾ ਕੇ ਜਿਹੜੀ ਵੋਟਾਂ ਲੈਣੀਆਂ ਸ਼ੁਰੂ ਕੀਤੀਆਂ ਕਾਲਜ ਦੀਆਂ ਵੋਟਾਂ ਪਈਆਂ ਔਰ ਮੈਂ ਉਦੋਂ ਇਲੈਕਟਿਡ ਪ੍ਰਧਾਨ ਬਣੀ ਪੰਜਾਬ ਦੀ NSUI ਦੀ ਲਵ ਮੈਰਿਜ ਸੀਗੀ ਔਰ ਯੂਨੀਵਰਸਿਟੀ ਵਿੱਚ ਹੀ ਮਿਲੇ ਸੀ ਮੈਂ ਪੂਸੂ ਨੂੰ ਸਪੋਰਟ ਕਰਦੀ ਹੁੰਦੀ ਸੀ ਇਹ ਸੋਪੂ ਨੂੰ ਸਪੋਰਟ ਕਰਦੇ ਸੀਗੇ ਦੋਵੇਂ ਵਿਰੋਧੀ ਧੜੇ ਸੀਗੇ ਵਿਰੋਧੀ ਧੜੇ ਸੀ ਹਾਂਜੀ ਇਹ ਮੇਰੇ ਫਾਦਰ ਨੇ ਇਹਨਾਂ ਦੀ ਯੰਗ ਐਜ਼ ਅ ਯੰਗ ਆਫੀਸਰ ਉਹਨਾਂ ਦੀ ਪਿਕਚਰ ਹੈ ਇਹ ਮੇਰੇ ਦਾਦਾ ਜੀ ਨੇ ਮੇਜਰ ਜੋਗਿੰਦਰ ਸਿੰਘ ਹਾਂਜੀ ਔਰ ਇਹ ਮੇਰੇ ਹਸਬੰਡ ਦੇ ਫਾਦਰ ਸਾਹਿਬ ਨੇ ਇਹ 에ਅਰ ਫੋਰਸ ਤੋਂ ਰਿਟਾਇਰ ਹੋਏ ਨੇ 11 ਜੁਲਾਈ ਨੂੰ ਸਿਜ਼ੇਰੀਅਨ ਆਪਰੇਸ਼ਨ ਨਾਲ ਮੇਰਾ ਬੇਟਾ ਹੋਇਆ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਮੈਂ ਫੇਰ ਸਟੇਜ ਤੇ ਸੀ ਮਤਲਬ ਮਹਿਸੂਸ ਹੋਇਆ ਕਿ ਮੇਰੇ ਬੱਚੇ ਨੂੰ 40 ਦਿਨ ਤੱਕ ਔਰਤਾਂ ਨੂੰ ਪੰਜਾਬ ਵਿੱਚ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਬਟ ਮੈਂ ਗਈ ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਕਿ ਉੱਥੇ ਮੇਰੀ ਜ਼ਿਆਦਾ ਜ਼ਰੂਰਤ ਹੈ ਇਹ ਮੇਰਾ ਬੇਟਾ ਹੈ ਜੀ ਗੁਰਨਦਰ ਦੋਵੇਂ ਪਰਿਵਾਰ ਫੌਜੀਆਂ ਦੇ ਸੀਗੇ ਜੀ ਪੇਕੇ ਤੇ ਸਹੁਰੇ ਜੀ ਸੌਖਾ ਸੀਗਾ ਔਖਾ ਸੀਗਾ ਜਾਂ ਕਿਵੇਂ ਕਿਦਾ ਸੀਗਾ ਕਿਉਂਕਿ ਇੱਕ ਲਾਈਫ ਤਾਂ ਚਲੋ ਸਟੂਡੈਂਟ ਲਾਈਫ ਤੁਸੀਂ ਮੰਨੀ ਫਿਰ ਜਦੋਂ ਤੁਸੀਂ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਪੈਰ ਧਰਿਆ ਉਦੋਂ ਕਿੰਨਾ ਕੁ ਔਖਾ ਸੀਗਾ ਤੁਹਾਡੇ ਵਾਸਤੇ ਕਿਹੜਾ ਇਹੋ ਜਿਹਾ ਚੈਲੰਜ ਲੱਗਿਆ ਤੁਹਾਨੂੰ ਬਾਜਵਾ ਜੀ ਕਿ ਬਸ ਮੁੜ ਜੀਏ ਘਰਾਂ ਨੂੰ ਜਾਂ ਕਦੇ ਫੈਮਿਲੀ ਨੇ ਕਿਹਾ ਹੋਇਆ ਕਿਹੜੇ ਪੰਗੇ 'ਚ ਪਏ ਹੋ ਫੈਮਿਲੀ ਨੂੰ ਸਮਾਂ ਦਿਓ ਜਾਂ ਕਦੇ ਹਰਟ ਫੀਲ ਕੀਤਾ ਤੁਸੀਂ ਹਰਟ ਵੀ ਫੀਲ ਕਰਦੇ ਆ ਹਰਟ ਫੀਲ ਹੁੰਦਾ ਹੈ ਜਦੋਂ ਆਪਣੀ ਫੈਮਿਲੀ ਨੂੰ ਉਹਨਾਂ ਟਾਈਮ ਨਹੀਂ ਦਿੱਤਾ ਜਾ ਸਕਦਾ ਹਰਟ ਫੀਲ ਹੁੰਦਾ ਹੈ ਜਦੋਂ ਹਸਬੈਂਡ ਦੀਆਂ ਜ਼ਰੂਰਤਾਂ ਦਾ ਖਿਆਲ ਨਹੀਂ ਰੱਖ ਸਕਦੀ ਮਦਰ ਇਨ ਲਾਅ ਕਈ ਵਾਰੀ ਬਿਮਾਰ ਹੁੰਦੇ ਆ ਉਹਨਾਂ ਦਾ ਨਹੀਂ ਪਤਾ ਲੱਗਦਾ ਕਿੱਦਾਂ ਚੱਲ ਰਿਹਾ ਚੋਣ ਪ੍ਰਚਾਰ ਠੀਕ ਚੱਲ ਰਿਹਾ ਠੀਕ ਚੱਲ ਰਿਹਾ ਸਭ ਤੋਂ ਜ਼ਿਆਦਾ ਮੈਂ ਹਰਟ ਜੇ ਮਹਿਸੂਸ ਕਰਦੀ ਹਾਂ ਤਾਂ ਉਦੋਂ ਕਰਦੀ ਹਾਂ ਜਦੋਂ ਪੋਲਿਟਿਕਸ ਵਿੱਚ ਨੈਪੋਟਿਜ਼ਮ ਦਾ ਸਾਹਮਣਾ ਕਰਨਾ ਜਦੋਂ ਪੋਲਿਟਿਕਸ ਵਿੱਚ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਇੱਕ ਆਮ ਘਰ ਦੇ ਨੌਜਵਾਨ ਹੋ ਤੁਹਾਡੀ ਇੱਕ ਸੀਮਾ ਹੈ ਉਸ ਤੋਂ ਉੱਪਰ ਦੇ ਸੁਪਨੇ ਤੁਸੀਂ ਨਹੀਂ ਵੇਖ ਸਕਦੇ ਜਦੋਂ ਸਾਡੇ ਤੇ ਮਖੌਲ ਕੀਤਾ ਜਾਂਦਾ ਹੈ ਕਿ ਇਹ ਤਾਂ ਆਮ ਇੱਕ ਕੱਲ ਦੀ ਯੂਨੀਵਰਸਿਟੀ ਦੀ ਕੁੜੀ ਸੀ ਇਹਨੇ ਕਿੱਥੋਂ MLA ਦਾ ਸੁਪਨਾ ਵੇਖਿਆ ਇਹ ਤਾਂ ਆਮ ਘਰ ਦੇ ਬੱਚੇ ਨੇ ਇਹ ਕਿਵੇਂ ਬਣ ਜਾਣਗੇ ਕੁਝ ਇਹ ਤਾਂ ਇਕੱਲੇ ਨਾਰੇ ਲਾਉਣ ਵਾਸਤੇ ਠੀਕ ਹੈ ਕਦੇ ਇਹਨਾਂ ਕਿਸੇ ਨੇ ਮਹਿਸੂਸ ਨਾਮ ਨਾ ਲਿਓ ਵੈਸੇ ਕਦੇ ਮਹਿਸੂਸ ਕਰਵਾਈ ਕਦੇ ਕਿਹਾ ਨਹੀਂ ਸੱਸ ਨੇ ਵੀ ਛੋਟਾ ਜਿਹਾ ਬੱਚਾ 3 ਸਾਲ ਦਾ ਇਹਨੂੰ ਸਾਂਭਣ ਦਾ ਸਮਾਂ ਜਾਂ ਹੋਰ ਰਿਸ਼ਤੇਦਾਰ ਕਦੇ ਕਹਿੰਦੇ ਹੋਣ ਵੀ ਤੁਸੀਂ ਤਾਂ ਕਿਹੜੇ ਹੋਰ ਲੋਕਾਂ ਦੇ ਕੰਮਾਂ ਦੇ ਵਿੱਚ ਤੁਰੇ ਫਿਰਦੇ ਮਹਿਲਾਵਾਂ ਨੇ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ ਕਿਸੇ ਵੀ ਖੇਤਰ ਦੇ ਵਿੱਚ ਮਹਿਲਾਵਾਂ ਅੱਜਕੱਲ ਘੱਟ ਨਹੀਂ ਸਿਆਸਤ ਦੇ ਵਿੱਚ ਵੀ ਵੱਡੇ ਨਾਂ ਹੋਏ ਨੇ ਔਰ ਅੱਜ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਇੱਕ ਫੌਜੀ ਦੀ ਧੀ ਦੇ ਨਾਲ ਫੌਜੀ ਦੀ ਧੀ ਸਿਆਸਤ ਦੇ ਵਿੱਚ ਕਿੱਦਾਂ ਐਂਟਰੀ ਕੀਤੀ ਔਰ ਅਗਲਾ ਪਰਿਵਾਰ ਵੀ ਸੀ ਜਿਹੜਾ ਸਹੁਰਿਆਂ ਦਾ ਪਰਿਵਾਰ ਵੀ ਪੂਰਾ ਫੌਜੀਆਂ ਦਾ ਪਰਿਵਾਰ ਗੱਲਬਾਤ ਕਰਦੇ ਹਾਂ ਦਮਨ ਥਿੰਦ ਬਾਜਵਾ ਸਾਡੇ ਨਾਲ ਨੇ ਦਮਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲਾਂ ਜਿਵੇਂ ਕਿਹਾ ਕਿ ਇੱਕ ਫੌਜੀ ਦੀ ਧੀ ਅਗਲੇ ਬੰਨੇ ਵੀ ਕਿ ਸਹੁਰਾ ਸਾਹਿਬ ਵੀ ਦਾਦਾ ਸਹੁਰਾ ਵੀ ਫੌਜੀ ਔਰ ਇਸ ਸਫ਼ਰ ਸਿਆਸਤ ਦੇ ਵਿੱਚ ਕਿੱਦਾਂ ਐਂਟਰੀ ਹੋਈ ਸਭ ਤੋਂ ਪਹਿਲਾਂ ਮੈਂ ਇਹ ਬਿਲਕੁਲ ਜੀ ਮੇਰੇ ਫਾਦਰ ਸਾਹਿਬ ਇੰਡੀਅਨ ਆਰਮੀ ਚੋਂ ਰਿਟਾਇਰ ਹੋਏ ਨੇ ਮੇਰੇ ਦਾਦਾ ਜੀ ਵੀ ਫੌਜ ਸੀ ਮੇਰੇ ਤਾਇਆ ਜੀ ਵੀ ਫੌਜ ਚੋਂ ਰਿਟਾਇਰ ਹੋਏ ਨੇ ਔਰ ਮੇਰਾ ਸਹੁਰਾ ਪਰਿਵਾਰ ਵੀ ਜਿਵੇਂ ਤੁਸੀਂ ਕਿਹਾ ਮੇਰੇ ਸਹੁਰਾ ਸਾਹਿਬ ਵੀ 에ਅਰ ਫੋਰਸ 'ਚ ਉਹਨਾਂ ਨੇ ਸਰਵਿਸ ਕੀਤੀ ਹੈ ਮੇਰੇ ਹਸਬੈਂਡ ਦੇ 3 ਤਾਇਆ ਜੀ ਵੀ ਆਰਮਡ ਫੋਰਸਿਸ ਵਿੱਚ ਉਹਨਾਂ ਨੇ ਸਰਵ ਕੀਤਾ ਹੈ ਮੇਰੇ ਹਸਬੈਂਡ ਦੇ ਦਾਦਾ ਜੀ ਵੀ ਬ੍ਰਿਟਿਸ਼ ਆਰਮੀ 'ਚ ਕੈਪਟਨ ਰਹੇ ਉਹਨਾਂ ਦੇ ਫਾਦਰ ਵੀ ਫੌਜੀ ਸੀਗੇ ਸੋ ਬਿਲਕੁਲ ਇੱਕ ਫੌਜੀ ਪਰਿਵਾਰ ਮਤਲਬ ਮੇਰੇ ਖਿਆਲ ਇੰਨੇ ਫੌਜੀ ਤਾਂ ਕਿਸੇ ਵੀ ਦੇ ਪਰਿਵਾਰ 'ਚ ਨਹੀਂ ਹੋਣੇ ਇਕੱਠੇ ਸੋ ਇੱਕ ਫੌਜੀ ਪਰਿਵਾਰ ਦਾ ਸੰਬੰਧ ਰੱਖਦੀ ਆ ਫੌਜੀ এনवायरमेंट ਵਿੱਚ ਵੱਡੀ ਹੋਈ ਆ ਔਰ ਪੋਲਿਟਿਕਸ ਮੈਂ ਯੂਨੀਵਰਸਿਟੀ ਵਿੱਚ ਹੀ ਆ ਕੇ ਮੇਰਾ ਇੰਟਰਸਟ ਬਣਿਆ ਯੂਨੀਵਰਸਿਟੀ ਵਿੱਚ ਮੈਂ ਆਪਣੀ ਹਾਇਰ ਐਜੂਕੇਸ਼ਨ ਜਿਹੜੀ ਕੀਤੀ ਹੈ ਮਾਸਟਰਸ ਕੀਤੀ ਹੈ ਬਾਇਓਟੈਕਨੋਲੋਜੀ ਵਿੱਚ ਉੱਥੇ ਜਾ ਕੇ ਮੇਰਾ ਪੋਲਿਟਿਕਸ ਵਿੱਚ ਇੰਟਰਸਟ ਡਿਵੈਲਪ ਹੋਇਆ ਔਰ ਥੋੜਾ ਮੇਰਾ ਵਿਆਹ ਤੋਂ ਬਾਅਦ ਜਾਂ ਇੰਗੇਜਮੈਂਟ ਤੋਂ ਬਾਅਦ ਮੇਰੇ ਹਸਬੈਂਡ ਦਾ ਵੀ ਇੰਟਰਸਟ ਸੀਗਾ ਪੋਲਿਟਿਕਸ ਵਿੱਚ ਸੋ ਪੋਲਿਟਿਕਸ ਵਿੱਚ ਅੱਗੇ ਆਈ ਸੋ ਜ਼ਿਹਨ ਵਿੱਚ ਹਮੇਸ਼ਾ ਪੋਲਿਟਿਕਸ ਰਹੀ ਹੈ ਇਨ ਦ ਬੈਕਗਰਾਉਂਡ ਬਟ
ਮੋਟੀਵੇਸ਼ਨ ਮੈਨੂੰ ਇੰਗੇਜਮੈਂਟ ਤੋਂ ਬਾਅਦ ਜਾਂ ਵਿਆਹ ਤੋਂ ਬਾਅਦ ਹੀ ਮਿਲੀ ਹੈ ਪੋਲਿਟਿਕਸ ਵਿੱਚ ਅੱਗੇ ਆਉਣ ਦੀ। ਜੇ ਮੈਂ ਇੱਕ ਗੱਲ ਦਰਸ਼ਕਾਂ ਨੂੰ ਵੀ ਦੱਸ ਦਿਆਂ ਕਿ ਦਮਨ ਥਿੰਦ ਬਾਜਵਾ ਉਹਨਾਂ ਦਾ ਇਹ ਗੈਰ ਸਿਆਸੀ ਇੰਟਰਵਿਊ ਆ, ਕੋਈ ਬਹੁਤੀਆਂ ਸਿਆਸੀ ਗੱਲਾਂ ਨਹੀਂ ਕਰਾਂਗੇ ਅਸੀਂ। ਕਿਸ ਤਰੀਕੇ ਦੇ ਨਾਲ ਫਿਰ ਅੱਗੇ ਦੀ ਅੱਗੇ, ਹਾਲਾਂਕਿ ਪਿਛਲੀ ਵਾਰ ਤੁਸੀਂ ਇਲੈਕਸ਼ਨ ਲੜਿਆ ਔਰ ਸਪੋਰਟ, ਫੈਮਿਲੀ ਸਪੋਰਟ ਕਿਸ ਤਰ੍ਹਾਂ ਦਾ ਰਿਹਾ? ਮੈਂ ਤੁਹਾਨੂੰ ਦੱਸਣਾ ਚਾਹੂੰਗੀ ਵਿਕਰਮ ਜੀ, ਹਰ ਕੋਈ ਦੇਖਦਾ ਹੈ, ਮੈਂ ਪਿਛਲੀ ਇਲੈਕਸ਼ਨ ਲੜੀ, ਹਰ ਕੋਈ ਦੇਖਦਾ ਹੈ ਕਿ ਇਹਨੂੰ ਟਿਕਟ ਮਿਲ ਗਈ, ਪਰ ਟਿਕਟ ਦੇ ਪਿੱਛੇ ਕਿੰਨੀ ਸਟਰਗਲ ਸੀਗੀ, ਟਿਕਟ ਵਾਸਤੇ ਕੀ ਕੁਝ ਕੀਤਾ, ਕਿਵੇਂ ਮੈਂ ਪੋਲਿਟਿਕਸ ਵਿੱਚ ਆਈ, ਮੇਰੀ ਜਰਨੀ ਕੀ ਰਹੀ ਹੈ। ਤਾਂ ਮੈਂ ਦੱਸਣਾ ਚਾਹੂੰਗੀ ਕਿ ਮੈਂ ਜਿਵੇਂ ਤੁਹਾਨੂੰ ਕਿਹਾ, ਮੈਂ ਜਦੋਂ ਯੂਨੀਵਰਸਿਟੀ ਵਿੱਚ ਸੀਗੀ ਤਾਂ ਉੱਥੇ ਸਾਡਾ ਇੱਕ ਗਰੁੱਪ ਸੀਗਾ ਫਰੈਂਡਸ ਦਾ, ਅਸੀਂ ਇੱਕ NGO ਬਣਾਈ। ਔਰ NGO ਕਿਵੇਂ ਬਣਾਈ ਕਿ ਅਸੀਂ ਯੂਨੀਵਰਸਿਟੀ ਵਿੱਚ ਇਦਾਂ ਲੋਕਾਂ ਨੂੰ ਰੋਟੀ ਖਾਂਦੇ ਹੋਏ ਪਲੇਟਾਂ ਰੱਖਦੇ ਦੇਖਦੇ ਸੀਗੇ, ਔਰ ਸਾਨੂੰ ਇਹ ਲੱਗਦਾ ਸੀਗਾ ਕਿ ਇਹਦੇ 'ਚ ਜਾਨਵਰ ਮੂੰਹ ਮਾਰਦੇ ਨੇ, ਉਹੀ ਪਲੇਟਾਂ ਬਾਅਦ 'ਚ ਦੁਬਾਰਾ ਯੂਜ਼ ਹੁੰਦੀਆਂ ਸਾਡੇ ਵਾਸਤੇ, ਤੇ ਕਿਉਂ ਨਾ ਇਹਦੇ ਲਈ ਆਵਾਜ਼ ਉਠਾਈ ਜਾਏ, ਕੋਈ ਕ੍ਰੇਟਸ ਲੱਗਣ ਯੂਨੀਵਰਸਿਟੀ 'ਚ ਕਿ ਉਹ ਪਲੇਟਾਂ ਥੱਲੇ ਨਾ ਰੱਖੀਆਂ ਜਾਣ। ਇੱਕ ਉਸ ਸੋਸ਼ਲ ਐਕਟੀਵਿਟੀ ਤੋਂ ਇਹ ਮਹਿਸੂਸ ਹੋਇਆ ਕਿ ਇੱਕ ਥੋੜੀ ਜਿਹੀ ਆਵਾਜ਼ ਉਠਾਈ ਨਾਲ ਵੱਡਾ ਫਰਕ ਆਪਣੇ ਆਲੇ ਦੁਆਲੇ ਸੁਸਾਇਟੀ ਵਿੱਚ ਪਾਇਆ ਜਾ ਸਕਦਾ ਹੈ। ਅਸੀਂ ਇੱਕ NGO ਬਣਾਈ, ਬਹੁਤ ਰੈਕਗਨੀਸ਼ਨ ਉਸ ਟਾਈਮ ਸਟੂਡੈਂਟ ਲਾਈਫ ਵਿੱਚ ਮਿਲੀ, ਬਟ ਮੈਂ ਯੂਨੀਵਰਸਿਟੀ ਦੇ ਦੌਰਾਨ ਕਦੀ ਵੀ ਐਕਟਿਵ ਪੋਲਿਟਿਕਸ ਵਿੱਚ ਬਹੁਤਾ ਅੱਗੇ ਨਹੀਂ ਸੀਗੀ। ਮਤਲਬ ਮੈਂ ਪੂਸੂ ਪਾਰਟੀ ਨੂੰ ਸਪੋਰਟ ਕਰਦੀ ਸੀ, ਪਰ ਅਸੀਂ ਤਾਂ ਉਹ ਨਾਰੇ ਲਗਾਉਣ ਵਾਲਿਆਂ ਚੋਂ, ਪਿੱਛੋਂ ਜਿਹੜੇ ਜ਼ਿੰਦਾਬਾਦ ਕਰਨ ਵਾਲਿਆਂ ਚੋਂ ਹੀ ਸੀਗੇ। ਔਰ ਉਦੋਂ ਵੀ ਮੈਨੂੰ ਲੱਗਦਾ ਸੀਗਾ ਕਿ ਜਿਹੜੇ ਲੋਕ ਅੱਗੇ ਸਟੂਡੈਂਟ ਪੋਲਿਟਿਕਸ ਵਿੱਚ, ਜਿਹੜੇ ਸਟੂਡੈਂਟ ਲੀਡਰਸ ਉਸ ਟਾਈਮ ਦੇ ਸੀਗੇ, ਭਾਵੇਂ ਦਲਵੀਰ ਗੋਲਡੀ ਜੀ ਸੀਗੇ ਜਾਂ ਹੋਰ ਜਿਹੜੇ ਮੇਰੇ ਨਾਲ ਦੇ ਸੀਗੇ, ਤਾਂ ਸਾਨੂੰ ਲੱਗਦਾ ਹੁੰਦਾ ਸੀ ਕਿ ਸਾਡੇ ਵਾਸਤੇ ਤਾਂ ਇਹ ਪ੍ਰੋਫੈਸ਼ਨ ਨਹੀਂ ਹੈ, ਜਾਂ ਸਾਨੂੰ ਕੌਣ ਸਪੋਰਟ ਕਰੂਗਾ, ਜਾਂ ਅਸੀਂ ਕਿਵੇਂ ਅੱਗੇ ਆਵਾਂਗੇ। ਬਟ ਜਦੋਂ ਮੇਰੀ ਇੰਗੇਜਮੈਂਟ ਹੋਈ, ਮੇਰੇ ਹਸਬੈਂਡ ਨਾਲ ਗੱਲ ਹੋਈ, ਔਰ ਮੈਂ ਉਹਨਾਂ ਨੂੰ ਵੀ ਕਿਹਾ ਕਿ ਕਦੀ ਵਾਹ ਨਹੀਂ ਲੱਗਾ, ਬਟ ਮੌਕਾ ਮਿਲੇ ਤਾਂ ਮੈਂ ਜ਼ਰੂਰ ਪੋਲਿਟਿਕਸ ਵਿੱਚ ਅੱਗੇ ਆਣਾ ਚਾਹੂੰਗੀ। ਔਰ ਉਹਨਾਂ ਨੇ ਮੈਨੂੰ ਲਵ ਮੈਰਿਜ ਸੀ ਤੁਹਾਡੀ? ਲਵ ਮੈਰਿਜ ਸੀਗੀ, ਔਰ ਯੂਨੀਵਰਸਿਟੀ ਵਿੱਚ ਹੀ ਮਿਲੇ ਸੀ। ਮੈਂ ਪੂਸੂ ਨੂੰ ਸਪੋਰਟ ਕਰਦੀ ਹੁੰਦੀ ਸੀ, ਇਹ ਸੋਪੂ ਨੂੰ ਸਪੋਰਟ ਕਰਦੇ ਸੀਗੇ। ਦੋਵੇਂ ਵਿਰੋਧੀ ਧੜੇ ਸੀਗੇ? ਵਿਰੋਧੀ ਧੜੇ ਸੀਗੇ, ਔਰ ਬਿਲਕੁਲ ਏਦਾਂ ਹੀ ਕੋਇਨਸੀਡੈਂਸ ਨਾਲ ਸਾਡੀ ਮੁਲਾਕਾਤ ਹੋਈ। ਬਟ ਮੁਲਾਕਾਤ ਤੋਂ ਬਾਅਦ ਜਦੋਂ ਡਿਸਕਸ਼ਨ ਹੋਈ ਤਾਂ ਇਹਨਾਂ ਨੇ ਹੀ ਸਗੋਂ ਮੈਨੂੰ ਹੌਸਲਾ ਦਿੱਤਾ ਕਿ ਨਹੀਂ, ਕਿਉਂਕਿ ਇਹ ਵੀ ਇਨਡਾਇਰੈਕਟਲੀ ਪੋਲਿਟਿਕਸ ਨਾਲ ਰਿਲੇਟਡ ਸੀਗੇ, ਇੰਟਰਸਟ ਸੀਗਾ। ਸੋ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਜੇ ਲੜਨਾ ਚਾਹੁੰਦੇ ਹੋ ਤਾਂ ਮੇਰੀ ਪੂਰੀ ਸਪੋਰਟ ਹੈ। ਔਰ ਮੈਂ ਦੱਸਣਾ ਚਾਹੂੰਗੀ ਕਿ ਜਦੋਂ ਸਾਡਾ ਵਿਆਹ ਹੋਇਆ ਤਾਂ ਰਿਸੈਪਸ਼ਨ ਤੋਂ ਹੀ ਅਗਲੇ ਦਿਨ ਅਸੀਂ ਸਮਾਨ ਪੈਕ ਕਰਕੇ ਗੱਡੀ 'ਚ ਰੱਖ ਲਿਆ ਸੀ, ਕਿਉਂਕਿ ਉਦੋਂ ਮੇਰੀ NSUI ਦੀ ਇਲੈਕਸ਼ਨ ਚੱਲ ਰਹੀ ਸੀ। ਔਰ ਉਹ ਅਗਲੇ ਦਿਨ ਹੀ ਅਸੀਂ ਜ਼ਿਲ੍ਹੇ ਜਾ ਕੇ ਜਿਹੜੀ ਵੋਟਾਂ ਲੈਣੀਆਂ ਸ਼ੁਰੂ ਕੀਤੀਆਂ, ਕਾਲਜ ਦੀਆਂ ਵੋਟਾਂ ਪਈਆਂ, ਔਰ ਮੈਂ ਉਦੋਂ ਇਲੈਕਟਿਡ ਪ੍ਰਧਾਨ ਬਣੀ ਪੰਜਾਬ ਦੀ NSUI ਦੀ। ਔਰ ਮੇਰੇ ਖਿਆਲ ਨਾਰਥ ਇੰਡੀਆ ਦੀ ਤਾਂ ਮੈਂ ਕੱਲੀ ਪ੍ਰਧਾਨ ਸੀਗੀ, ਮਹਿਲਾ ਪ੍ਰਧਾਨ ਉਸ ਵੇਲੇ ਦੀ। ਮੇਰੇ ਖਿਆਲ ਗੋਆ 'ਚ ਇਸ ਤੋਂ ਪਹਿਲਾਂ ਇੱਕ ਮਹਿਲਾ ਪ੍ਰਧਾਨ ਰਹੇ ਹੈ, ਔਰ ਪੰਜਾਬ ਦੀ ਤਾਂ ਪਹਿਲੀ ਪ੍ਰਧਾਨ ਸੀਗੀ। ਸੋ ਉਦੋਂ ਇਲੈਕਟਿਡ ਪ੍ਰਧਾਨ ਬਣੀ, ਕੰਮ ਕੀਤਾ, ਸਟੂਡੈਂਟਸ ਦੀ ਆਵਾਜ਼ ਉਠਾਈ, ਕੰਮਾਂ ਦੇ ਆਧਾਰ ਤੇ NSUI ਵਿੱਚ ਇੱਕ ਨਾਮ ਬਣਾਇਆ, NSUI ਨੂੰ ਇੱਕ ਐਸੀ ਫੋਰਸ ਬਣਾਇਆ ਜਿਹਦੇ ਨਾਲ ਨੌਜਵਾਨ ਰਿਲੇਟ ਕਰ ਸਕਦੇ ਸੀ, ਇੱਕ ਫੋਰਸ ਰੈਕਨ ਕਰ ਸਕਦੇ ਸੀਗੇ। ਔਰ NSUI ਦਾ ਇੱਕ ਨਾਮ ਖੜਾ ਕੀਤਾ ਪੰਜਾਬ ਵਿੱਚ। NSUI ਨੂੰ ਯੂਨੀਵਰਸਿਟੀ ਵਿੱਚ ਹੋਰ ਸਾਥੀਆਂ ਨਾਲ ਰਲ ਕੇ ਐਸਟੈਬਲਿਸ਼ ਕੀਤਾ। ਪੰਜਾਬ ਯੂਨੀਵਰਸਿਟੀ ਵਿੱਚ ਉਸ ਤੋਂ ਪਹਿਲਾਂ ਕਦੀ NSUI ਜਿੱਤੀ ਨਹੀਂ ਸੀ ਐਜ਼ ਐਨ ਇੰਡੀਵਿਜੂਅਲ ਪਾਰਟੀ। ਸੋ ਮੇਰੇ ਟੈਨਿਓਰ ਦੇ ਵਿੱਚ 2 ਵਾਰ NSUI ਪੰਜਾਬ ਯੂਨੀਵਰਸਿਟੀ ਵਿੱਚ ਵੀ ਉਸਨੇ ਜਿੱਤ ਹਾਸਲ ਕੀਤੀ। ਐਂਡ ਕੰਮਾਂ ਦੇ ਆਧਾਰ ਤੇ ਯੂਥ ਕਾਂਗਰਸ ਦੀ ਫਿਰ ਪਰਫਾਰਮਰ ਲਿਸਟ 'ਚ ਨਾਮ ਆਇਆ, ਯੂਥ ਕਾਂਗਰਸ ਦੀ ਇਲੈਕਸ਼ਨ ਲੜੀ, ਵਾਈਸ ਪ੍ਰੈਜ਼ੀਡੈਂਟ ਬਣੀ, ਔਰ ਨੈਸ਼ਨਲ ਸੈਕਟਰੀ ਤੱਕ ਜਾਣ ਦਾ ਮੌਕਾ ਮਿਲਿਆ। ਔਰ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਪੁਆਇੰਟ ਤੇ ਮੈਂ ਕੰਮਾਂ ਵਿੱਚ, ਮਿਹਨਤ ਵਿੱਚ ਕੋਈ ਕਮੀ ਨਹੀਂ ਛੱਡੀ। ਔਰ ਮੇਰੇ ਕੰਮ ਹੀ ਸੀਗੇ ਆਪਣੇ ਮੇਲ ਕਾਊਂਟਰ ਪਾਰਟਸ ਨਾਲੋਂ, ਮੇਲ ਕਲੀਗਸ ਨਾਲੋਂ ਮੈਂ ਸਮਝਦੀ ਹਾਂ ਜੇ ਵੱਧ ਨਹੀਂ ਤਾਂ ਬਰਾਬਰ ਕੰਮ ਕੀਤਾ ਹੈ। ਜਿੱਥੇ ਉਹਨਾਂ ਨੇ ਡਾਂਗਾ ਖਾਧੀਆਂ, ਮੈਂ ਮੋਰੇ ਹੋ ਕੇ ਮੈਂ ਵੀ ਖਾਧੀਆਂ, ਗ੍ਰਿਫਤਾਰੀਆਂ ਵੀ ਦਿੱਤੀਆਂ, ਧਰਨੇ ਵੀ ਲਾਏ, ਬੱਸਾਂ ਵੀ ਭਰੀਆਂ, ਤਾਂ ਹੀ ਟਿਕਟ ਮਿਲੀ। 28 ਸਾਲਾਂ ਦੀ ਉਮਰ 'ਚ ਰਾਹੁਲ ਗਾਂਧੀ ਜੀ ਨੇ ਨਾਮ ਰეკਮੈਂਡ ਕੀਤਾ, ਔਰ ਸੁਨਾਮ ਵਰਗੇ ਹਲਕੇ 'ਚ ਰਿਪਰੈਜ਼ੈਂਟੇਸ਼ਨ ਕਰਨ ਦਾ ਮੌਕਾ ਮਿਲਿਆ। ਕੋਈ ਨਾਲ ਸਪੋਰਟ ਵੀ, ਜਿਵੇਂ ਕਿਸੇ ਨਾ ਕਿਸੇ ਦਾ ਕੋਈ ਗੋਡਫਾਦਰ ਹੁੰਦਾ, ਪਤੀ ਦੀ ਸਪੋਰਟ ਹੀ ਸੀ ਜਾਂ ਕੰਮਾਂ ਕਰਕੇ ਤੁਸੀਂ ਕਹਿ ਰਹੇ ਹੋ, ਜਾਂ ਕੋਈ ਸਪੋਰਟ ਮਿਲਿਆ? ਮੈਂ ਮੰਨਦੀ ਆ ਕਿ ਮੈਨੂੰ ਟਿਕਟ ਕਿਸੇ ਦੀ ਸਿਫਾਰਿਸ਼ ਤੇ ਨਹੀਂ ਮਿਲੀ, ਕਿਸੇ ਦੀ ਰਹਿਮ ਤੇ ਮੈਂ ਇੱਥੇ ਤੱਕ ਨਹੀਂ ਆਈ, ਬਿਲਕੁਲ ਪਿਓਰਲੀ ਆਪਣੀ ਮਿਹਨਤ ਔਰ ਕੰਮਾਂ ਦੇ ਆਧਾਰ ਤੇ ਆਈ ਹਾਂ। ਹਾਂ, ਸਪੋਰਟ ਮਿਲੀ ਹੈ ਤਾਂ ਕਾਂਗਰਸ ਪਾਰਟੀ ਦੀ ਮਿਲੀ ਹੈ। ਕਾਂਗਰਸ ਪਾਰਟੀ ਨੇ ਜ਼ਰੂਰ ਬਿਲਕੁਲ ਨਿਰਪੱਖ ਹੋ ਕੇ ਸਾਥ ਦਿੱਤਾ, ਔਰ ਟਿਕਟ ਵਾਸਤੇ ਵੀ ਮੇਰਾ ਨਾਮ ਜੇ ਆਇਆ, ਸਾਹਮਣੇ ਆਇਆ, ਤਾਂ ਮੇਰੇ ਕੰਮਾਂ ਦੇ ਆਧਾਰ ਤੇ ਆਇਆ। ਦੋਵੇਂ ਪਰਿਵਾਰ ਫੌਜੀਆਂ ਦੇ ਸੀਗੇ, ਪੇਕੇ ਤੇ ਸਹੁਰੇ। ਸੌਖਾ ਸੀਗਾ, ਔਖਾ ਸੀਗਾ, ਜਾਂ ਕਿਵੇਂ ਕਿਦਾ ਸੀਗਾ? ਕਿਉਂਕਿ ਇੱਕ ਲਾਈਫ ਤਾਂ ਚਲੋ ਸਟੂਡੈਂਟ ਲਾਈਫ ਤੁਸੀਂ ਮੰਨੀ, ਜਦੋਂ ਤੁਸੀਂ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਪੈਰ ਧਰਿਆ, ਉਦੋਂ ਕਿੰਨਾ ਕੁ ਔਖਾ ਸੀਗਾ ਤੁਹਾਡੇ ਵਾਸਤੇ? ਨਹੀਂ, ਦੇਖੋ ਚੈਲੰਜਸ ਹੈਗੇ ਇਸ ਪ੍ਰੋਫੈਸ਼ਨ ਦੇ, ਬਹੁਤ ਚੈਲੰਜਸ ਸੀਗੇ।
ਸੌਖਾ ਨਹੀਂ ਹੈਗਾ, ਬਟ ਮੈਂ ਉਸ ਨੂੰ ਆਪਣੀ ਸਟ੍ਰਾਈਡ 'ਚ ਲਿਆ, ਮੈਂ ਕੋਈ ਕੰਪਲੇਂਟ ਨਹੀਂ ਕਰਦੀ। ਫੌਜੀਆਂ ਦਾ ਪਰਿਵਾਰ ਮੈਂ ਤਾਂ ਕਹਿ ਰਿਹਾ ਕਿ ਥੋੜਾ ਸਖਤ ਮੰਨਿਆ ਜਾਂਦਾ ਇਸ ਕਰਕੇ। ਨਹੀਂ, ਪੇਰੈਂਟਸ ਵੱਲੋਂ ਸਪੋਰਟ ਮਿਲੀ। ਮੇਰੇ ਜਿੱਦਾਂ ਮੈਂ ਦੱਸਿਆ, ਮੇਰੇ ਹਸਬੰਡ ਨੇ ਮੈਨੂੰ ਹਰ ਮੌਕੇ ਹਰ ਕਦਮ ਤੇ ਸਪੋਰਟ ਕੀਤਾ ਹੈ, ਔਰ ਮੇਰੇ ਮਦਰ ਇਨ ਲਾਅ ਉਹਨਾਂ ਨੇ ਮੈਨੂੰ ਸਪੋਰਟ ਕੀਤਾ। ਉਹਨਾਂ ਦੀ ਸਪੋਰਟ ਤੋਂ ਬਗੈਰ ਮੈਂ ਇੱਥੇ ਤੱਕ ਨਹੀਂ ਸੀ ਆ ਸਕਦੀ, ਔਰ ਪੇਰੈਂਟਸ ਵੱਲੋਂ ਵੀ ਬਹੁਤ ਸਪੋਰਟ ਮਿਲੀ ਹੈ। ਸੋ ਚੈਲੰਜਸ ਹੈਗੇ ਪ੍ਰੋਫੈਸ਼ਨ ਦੇ, ਬਟ ਮੈਂ ਉਹਨਾਂ ਚੈਲੰਜਸ ਨੂੰ ਫੇਸ ਕਰਨ ਦੀ ਹਿੰਮਤ ਰੱਖਦੀ ਹਾਂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ ਇੱਕ ਫੀਮੇਲ ਹੋਣ ਦੀ ਸ਼ਾਇਦ ਫੀਮੇਲ ਹੋਣ ਦੇ ਕਾਰਨ ਇਸ ਪ੍ਰੋਫੈਸ਼ਨ 'ਚ ਔਖਿਆਈਆਂ ਆਉਂਦੀਆਂ, ਤਾਂ ਉੱਥੇ ਹੀ ਇਸ ਪ੍ਰੋਫੈਸ਼ਨ ਨੂੰ ਫੀਮੇਲ ਰਿਪਰੈਜ਼ੈਂਟੇਸ਼ਨ ਦੀ ਬਹੁਤ ਜ਼ਰੂਰਤ ਹੈ। ਤੁਸੀਂ ਇਹ ਦੇਖੋ ਕਿ ਮੈਂ ਪੰਜਾਬ ਵਿੱਚ ਕਾਸਟਿਜ਼ਮ ਨਹੀਂ ਹੈਗਾ, ਬਟ ਫਿਰ ਵੀ ਕਿਤੇ ਨਾ ਕਿਤੇ ਗੱਲਾਂ ਹੁੰਦੀਆਂ ਹੈ ਕਿ ਜੱਟ 6 ਨੂੰ ਇੰਨੀ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ, BC ਨੂੰ ਇੰਨੀ ਮਿਲਣੀ ਚਾਹੀਦੀ ਹੈ, SC ਨੂੰ ਇੰਨੀ ਮਿਲਣੀ ਚਾਹੀਦੀ ਹੈ। ਤਾਂ ਜਿਨ੍ਹਾਂ ਦੀ ਅੱਧੀ ਆਬਾਦੀ ਹੈ, ਜਿੱਥੇ ਜਿਹੜੇ ਹੈ ਹੀ ਅੱਧ 'ਚ ਨੇ, ਅਸੀਂ ਔਰਤਾਂ ਅੱਧੀਆਂ ਪੰਜਾਬ ਦੀਆਂ ਜਿਹੜੀ ਪੋਪੂਲੇਸ਼ਨ ਹੈ ਔਰਤਾਂ ਦੀ ਹੈ, ਤਾਂ ਫਿਰ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨੂੰ ਅੱਧ ਤੱਕ ਲਿਜਾਣ ਦੀ ਗੱਲ ਕਿਉਂ ਨਹੀਂ ਹੁੰਦੀ? ਸੋ ਮੈਂ ਸਮਝਦੀ ਹਾਂ ਕਿ ਚੈਲੰਜਸ ਇਸ ਪ੍ਰੋਫੈਸ਼ਨ ਦਾ ਪਾਰਟ ਹੈ, ਬਟ ਇਹ ਚੈਲੰਜਸ ਫੇਸ ਕਰਕੇ ਹੀ ਅਸੀਂ ਉਹਨਾਂ ਸਟੀਰੀਓਟਾਈਪਸ ਨੂੰ ਤੋੜ ਪਾਵਾਂਗੇ। ਕਿਹੜਾ ਇਹੋ ਜਿਹਾ ਚੈਲੰਜ ਲੱਗਿਆ ਤੁਹਾਨੂੰ ਬਾਜਵਾ ਜੀ ਕਿ ਬਸ ਮੁੜ ਜੀਏ ਘਰਾਂ ਨੂੰ, ਜਾਂ ਕਦੇ ਫੈਮਿਲੀ ਨੇ ਕਿਹਾ ਹੋਇਆ ਕਿਹੜੇ ਪੰਗੇ 'ਚ ਪਏ ਹੋ, ਫੈਮਿਲੀ ਨੂੰ ਸਮਾਂ ਦਿਓ, ਜਾਂ ਕਦੇ ਹਰਟ ਫੀਲ ਕੀਤਾ ਤੁਸੀਂ? ਨਹੀਂ, ਹਰਟ ਵੀ ਫੀਲ ਕਰਦੇ ਆ। ਜੇ ਤੁਸੀਂ ਪਰਸਨਲ ਲਾਈਫ ਦੀ ਗੱਲ ਕਰੋ ਤਾਂ ਬਹੁਤ ਮੌਕੇ ਆਏ ਜਦੋਂ ਹਰਟ ਫੀਲ ਹੁੰਦਾ ਹੈ। ਇਸ ਪ੍ਰੋਫੈਸ਼ਨ ਕਰਕੇ ਮੇਰਾ ਬੇਟਾ 2018 11 ਜੁਲਾਈ ਨੂੰ ਪੈਦਾ ਹੋਇਆ ਸੀ। 7 ਜੁਲਾਈ 2018 ਤੱਕ ਮੈਂ ਫੀਲਡ ਤੇ ਸੀ। ਮੈਂ 11 ਜੁਲਾਈ ਨੂੰ ਸਿਜ਼ੇਰੀਅਨ ਆਪਰੇਸ਼ਨ ਨਾਲ ਮੇਰਾ ਬੇਟਾ ਹੋਇਆ। 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ, ਮੈਂ ਫਿਰ ਸਟੇਜ ਤੇ ਸੀ। ਮਤਲਬ ਮਹਿਸੂਸ ਹੋਇਆ ਕਿ ਮੇਰੇ ਬੱਚੇ ਨੂੰ 40 ਦਿਨ ਤੱਕ ਔਰਤਾਂ ਨੂੰ ਪੰਜਾਬ ਵਿੱਚ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਬਟ ਮੈਂ ਗਈ ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਕਿ ਉੱਥੇ ਮੇਰੀ ਜ਼ਿਆਦਾ ਜ਼ਰੂਰਤ ਹੈ। ਹਰਟ ਫੀਲ ਹੁੰਦਾ ਹੈ ਜਦੋਂ ਆਪਣੀ ਫੈਮਿਲੀ ਨੂੰ ਉਨਾ ਟਾਈਮ ਨਹੀਂ ਦਿੱਤਾ ਜਾ ਸਕਦਾ। ਹਰਟ ਫੀਲ ਹੁੰਦਾ ਹੈ ਜਦੋਂ ਹਸਬੈਂਡ ਦੀਆਂ ਜ਼ਰੂਰਤਾਂ ਦਾ ਖਿਆਲ ਨਹੀਂ ਰੱਖ ਸਕਦੀ। ਮਦਰ ਇਨ ਲਾਅ ਕਈ ਵਾਰੀ ਬਿਮਾਰ ਹੁੰਦੇ ਆ, ਉਹਨਾਂ ਦਾ ਨਹੀਂ ਪਤਾ ਲੱਗਦਾ। ਕਈ ਵਾਰੀ ਵਿਚਾਰੇ ਬਜ਼ੁਰਗ ਨੇ, ਕਈ ਵਾਰੀ ਬਿਮਾਰ ਹੁੰਦੇ ਆ, ਫਿਰ ਵੀ ਉਹਨਾਂ ਨੂੰ ਕਿਸੇ ਸੋਸ਼ਲ ਇਵੈਂਟ ਤੇ ਮੇਰੀ ਜਗ੍ਹਾ ਤੇ ਜਾਣਾ ਪੈਂਦਾ ਹੈ, ਉਹ ਜਗ੍ਹਾ ਪੂਰੀ ਕਰਨੀ ਪੈਂਦੀ ਹੈ। ਹਰ ਵਾਰੀ ਹਰਟ ਮਹਿਸੂਸ ਹੁੰਦਾ ਜਦੋਂ ਗੱਡੀ 'ਚ ਬੈਠਦੀ ਆ ਤਾਂ ਬੇਟਾ ਚੀਕਾਂ ਮਾਰਦਾ ਕਿ ਮੰਮਾ ਕਿੱਥੇ ਚੱਲੇ ਆ। ਸੋ ਬਹੁਤ ਮੌਕੇ ਆਉਂਦੇ। ਪ੍ਰੋਫੈਸ਼ਨਲੀ ਵੀ ਹਰਟ ਫੀਲ ਹੁੰਦਾ ਜਦੋਂ ਲੱਗਦਾ ਹੈ ਕਿ ਬਰਾਬਰ ਕੰਮ ਕੀਤਾ, ਪਰ ਕਿਤੇ ਨਾ ਕਿਤੇ ਕਿਸੇ ਨੂੰ ਇਹ ਮਹਿਸੂਸ ਹੋਇਆ ਕਿ ਇੱਕ ਔਰਤ ਹੋਣ ਦੇ ਨਾਤੇ ਸ਼ਾਇਦ ਇਹ ਲੜਾਈ ਉਨੀ ਤਗੜੇ ਹੋ ਕੇ ਨਾ ਲੜ ਸਕੇ। ਜਦੋਂ ਹੱਕ ਮਾਰਿਆ ਜਾਂਦਾ ਕਿਸੇ ਥਾਂ ਤੇ, ਉਦੋਂ ਵੀ ਹਰਟ ਮਹਿਸੂਸ ਹੁੰਦਾ। ਬਟ ਸਭ ਤੋਂ ਜ਼ਿਆਦਾ ਮੈਂ ਹਰਟ ਜੇ ਮਹਿਸੂਸ ਕਰਦੀ ਹਾਂ ਤਾਂ ਉਦੋਂ ਕਰਦੀ ਹਾਂ ਜਦੋਂ ਪੋਲਿਟਿਕਸ ਵਿੱਚ ਨੈਪੋਟਿਜ਼ਮ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਪੋਲਿਟਿਕਸ ਵਿੱਚ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਇੱਕ ਆਮ ਘਰ ਦੇ ਨੌਜਵਾਨ ਹੋ, ਤੁਹਾਡੀ ਇੱਕ ਸੀਮਾ ਹੈ, ਉਸ ਤੋਂ ਉੱਪਰ ਦੇ ਸੁਪਨੇ ਤੁਸੀਂ ਨਹੀਂ ਵੇਖ ਸਕਦੇ। ਸਾਡੇ ਸੁਪਨਿਆਂ ਤੇ ਇੱਕ ਸੀਮਾ ਲਾਈ ਜਾਂਦੀ ਹੈ। ਜਦੋਂ ਸਾਡੇ ਤੇ ਮਖੌਲ ਕੀਤਾ ਜਾਂਦਾ ਹੈ ਕਿ ਇਹ ਤਾਂ ਆਮ ਇੱਕ ਕੱਲ ਦੀ ਯੂਨੀਵਰਸਿਟੀ ਦੀ ਕੁੜੀ ਸੀ, ਇਹਨੇ ਕਿੱਥੋਂ MLA ਦਾ ਸੁਪਨਾ ਵੇਖ ਲਿਆ, ਇਹ ਤਾਂ ਆਮ ਘਰ ਦੇ ਬੱਚੇ ਨੇ, ਇਹ ਕਿਵੇਂ ਬਣ ਜਾਣਗੇ ਕੁਛ, ਇਹ ਤਾਂ ਇਕੱਲੇ ਨਾਰੇ ਲਾਉਣ ਵਾਸਤੇ। ਕੀ ਹੈ ਕਦੇ ਇਹ ਗੱਲ ਕਿਸੇ ਨੇ ਨਾਮ ਨਾ ਲਿਓ ਵੈਸੇ ਕਦੇ ਮਹਿਸੂਸ ਕਰਵਾਈ ਹੈ। ਔਰ ਅਕ੍ਰੋਸ ਪਾਰਟੀ ਲਾਈਨਸ ਇਹ ਨੈਪੋਟਿਜ਼ਮ ਹੈਗਾ। ਮੈਂ ਦੇਖਦੀ ਹਾਂ ਵੱਡੇ ਪਰਿਵਾਰਾਂ ਦਾ ਉਦੋਂ ਹਰਟ ਮਹਿਸੂਸ ਹੁੰਦਾ ਜਦੋਂ ਇਹ ਅਹਿਸਾਸ ਹੁੰਦਾ ਕਿ ਕੋਈ ਵਿਅਕਤੀ, ਕਿਉਂਕਿ ਉਹ ਇੱਕ ਮੰਤਰੀ ਦਾ ਮੁੰਡਾ ਹੈ ਤੇ ਉਹ ਭਾਵੇਂ ਦੂਜੀ ਪਾਰਟੀ 'ਚ ਵੀ ਹੈ ਤੇ ਉਸਦੀ ਆਪਣੀਆਂ ਸਾਡੀਆਂ ਪਾਰਟੀ 'ਚ ਵੀ ਜੜਾ ਹੈ, ਉਸਦਾ ਪੱਖ ਪੂਰਿਆ ਜਾਂਦਾ ਹੈ ਕਿਉਂਕਿ ਉਹ ਇੱਕ ਮੰਤਰੀ ਦਾ ਮੁੰਡਾ। ਇਸ ਚੀਜ਼ ਨਾਲ ਮੇਰੀ ਲੜਾਈ ਵੀ ਹੈ ਔਰ ਲੜੂੰਗੀ ਡਟ ਕੇ। ਮੈਂ ਇਹ ਲੋਕ ਭਾਵੇਂ ਮਹਿਸੂਸ ਕਰਦੇ ਹੋਣ ਕਿ ਮੈਂ ਵਿਚਾਰੀ ਹਾਂ, ਪਰ ਮੈਂ ਸਿਆਸੀ ਤੌਰ ਤੇ ਬੇਸ਼ੱਕ ਅੱਜ ਵਿਚਾਰੀ ਹੋਵਾਂ ਕਿਉਂਕਿ ਮੈਂ ਇਲੈਕਸ਼ਨ ਹਾਰ ਗਈ, ਪਰ ਮੈਂ ਇਸ ਲੜਾਈ ਵਿੱਚ ਵਿਚਾਰੀ ਬਣ ਕੇ ਨਹੀਂ ਰਹੂੰਗੀ। ਮੈਂ ਇਸ ਲੜਾਈ ਨੂੰ ਲੜੂੰਗੀ। ਉਹ ਜਿਹੜੀ ਇੱਕ ਗਲਾਸ ਸੀਲਿੰਗ ਇਹ ਬਣਾਈ ਹੋਈ ਹੈ ਲੋਕਾਂ ਨੇ ਕਿ ਆਮ ਘਰ ਦੇ ਲੋਕ ਇੱਕ ਹੱਦ ਤੱਕ ਹੀ, ਕੀ ਸਾਡੀ ਸੀਮਾ ਸਿਰਫ MC ਜਾਂ ਸਰਪੰਚ ਤੱਕ ਹੀ ਹੈ? ਅਸੀਂ MLA ਦਾ ਸੁਪਨਾ ਨਹੀਂ ਵੇਖ ਸਕਦੇ, ਅਸੀਂ ਮੰਤਰੀ ਬਣਨ ਦਾ ਸੁਪਨਾ ਨਹੀਂ ਵੇਖ ਸਕਦੇ। ਸੋ ਉਸ ਗਲਾਸ ਸੀਲਿੰਗ ਨੂੰ ਕ੍ਰੈਕ ਤਾਂ ਪਾਤਾ ਹੈ, ਪਰ ਪੂਰਾ ਤੋੜਨ ਦੀ ਹਲੇ ਅੱਗੇ ਕੋਸ਼ਿਸ਼ ਜਾਰੀ ਹੈ ਔਰ ਤੋੜ ਕੇ ਰਵਾਂਗੇ। ਸੋ ਉਦੋਂ ਸਭ ਤੋਂ ਜ਼ਿਆਦਾ ਹਰਟ ਮਹਿਸੂਸ ਹੁੰਦਾ ਹੈ ਜਦੋਂ ਨੌਜਵਾਨਾਂ ਨੂੰ, ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਦਾ ਪੱਤਾ ਕੱਟਦੇ ਵੇਖੀਦਾ ਕਿ ਤੁਸੀਂ ਦੇਖ ਸਕਦੇ ਹੋ ਕ੍ਰਾਸ ਪਾਰਟੀ ਲਾਈਨਸ ਕਿੰਨੇ ਨੌਜਵਾਨ, ਡਿਜ਼ਰਵਿੰਗ ਨੌਜਵਾਨਾਂ ਦੀਆਂ ਟਿਕਟਾਂ ਵੀ ਕੱਟੀਆਂ ਗਈਆਂ ਪਾਰਟੀਆਂ ਵੱਲੋਂ ਔਰ ਵੱਡੇ ਪਰਿਵਾਰਾਂ ਨੂੰ ਪਹਿਲ ਦਿੱਤੀ ਗਈ ਹੈ ਸਿਰਫ ਇਸ ਕਰਕੇ ਕਿ ਉਹ ਕਿਸੇ ਵੱਡੇ ਲੀਡਰ ਜਾਂ ਕਿਸੇ ਵੱਡੇ ਪਰਿਵਾਰ ਤੋਂ ਸੰਬੰਧ ਰੱਖਦੇ ਸੀਗੇ। ਸੋ ਉਦੋਂ ਸਭ ਤੋਂ ਜ਼ਿਆਦਾ
ਦਰਦ ਮਹਿਸੂਸ ਹੁੰਦਾ ਹੈ। ਕਦੇ ਕਿਹਾ ਨਹੀਂ ਸੱਸ ਨੇ ਵੀ ਛੋਟਾ ਜਿਹਾ ਬੱਚਾ 3 ਸਾਲ ਦਾ, ਇਹਨੂੰ ਸਾਂਭਣ ਦਾ ਸਮਾਂ, ਜਾਂ ਹੋਰ ਰਿਸ਼ਤੇਦਾਰ ਕਦੇ ਕਹਿੰਦੇ ਹੋਣ ਵੀ ਤੁਸੀਂ ਤਾਂ ਕਿਹੜੇ ਹੋਰ ਲੋਕਾਂ ਦੇ ਕੰਮਾਂ ਦੇ ਵਿੱਚ ਤੁਰੇ ਫਿਰਦੇ ਹੋ? ਨਹੀਂ, ਕਹਿੰਦੇ ਵੀ ਹੈ, ਖੁਦ ਨੂੰ ਵੀ ਮਹਿਸੂਸ ਹੁੰਦਾ ਹੈ, ਬਟ ਮੇਰੇ ਮਦਰ ਇਨ ਲਾਅ ਨੇ ਇਦਾਂ ਕਦੀ ਨਹੀਂ ਕਿਹਾ। ਉਹ ਤਾਂ ਆਪ ਬਹੁਤ ਇੰਟਰਸਟ ਲੈਂਦੇ ਆ, ਖੁਦ ਬੜੇ ਐਕਟਿਵ ਨੇ, ਬਟ ਆਪ ਨੂੰ ਬੀਇੰਗ ਅ ਮਦਰ ਇਹ ਮਹਿਸੂਸ ਹੁੰਦਾ ਹੈ ਕਿ ਮੇਰਾ ਇੱਕ 3 ਸਾਲ ਦਾ ਬੱਚਾ, ਔਰ ਉਹਨੂੰ ਇਹ ਉਹਦੇ ਵੀ ਸਭ ਤੋਂ ਪ੍ਰੈਸ਼ੀਅਸ ਸਾਲ ਹੈਗੇ ਆ ਜ਼ਿੰਦਗੀ ਦੇ। ਨਾਟ ਜਸਟ ਹੁਣ, ਮੈਂ ਤਾਂ, ਮੇਰਾ ਬੇਟਾ 11 ਜੁਲਾਈ ਨੂੰ ਪੈਦਾ ਹੋਇਆ ਸੀ 2018 ਵਿੱਚ, ਤੇ ਮੈਂ 7 ਜੁਲਾਈ ਤੱਕ ਜਦੋਂ ਮੈਂ ਐਕਸਪੈਕਟਿੰਗ ਸੀਗੀ, ਮੈਂ ਫੀਲਡ ਤੇ ਸੀਗੀ, ਔਰ ਸਜ਼ੇਰੀਅਨ ਮੇਰਾ ਬੇਟਾ ਹੋਇਆ, ਔਰ ਉਸ ਤੋਂ ਬਾਅਦ ਮੈਂ 11 ਜੁਲਾਈ ਤੋਂ ਤੁਸੀਂ ਲਗਾ ਲਓ ਕਿ 31 ਜੁਲਾਈ ਨੂੰ ਮੈਂ ਸਟੇਜ ਤੋਂ ਸਪੀਚ ਦਿੱਤੀ ਹੈ, ਸਹੀ 20 ਦਿਨਾਂ ਬਾਅਦ। ਸੋ ਉਦੋਂ ਵੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੁਸੀਂ ਬਿਮਾਰ ਹੋ ਜਾਓਗੇ, ਤੁਹਾਡੇ ਸਟਿਚਸ ਨੇ, ਤੇ ਬੇਟਾ ਇੰਨਾ ਛੋਟਾ ਸੀਗਾ। ਸਾਡੇ ਤਾਂ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ, ਉਹ ਤਾਂ 40 ਦਿਨ ਨਹੀਂ ਬਾਹਰ ਜਾ ਸਕਦੀ ਮਾਂ ਤੇ ਬੱਚਾ। ਬਟ ਉਹੀ ਗੱਲ, ਮੈਨੂੰ ਇਹ ਲੱਗਦਾ ਸੀਗਾ ਕਿ ਹੁਣ ਮੈਂ ਜਿਸ ਪਾਸੇ ਪਈ ਹਾਂ, ਮੇਰੀ ਉਧਰ ਵੀ ਇੱਕ ਮੋਰਲ ਡਿਊਟੀ ਹੈ। ਜਿਹੜੇ ਇਕੱਲੇ ਇੱਕ ਸਿੰਗਲ ਮਦਰ ਔਰ ਇੱਕ ਸਿੰਗਲ ਲੇਡੀ ਬਿਨਾਂ ਹਸਬੈਂਡ ਤੋਂ, ਉਹਨਾਂ ਦੇ ਹਸਬੈਂਡ ਦੀ ਬਹੁਤ ਪਹਿਲਾਂ ਡੈਥ ਹੋ ਗਈ ਸੀਗੀ, ਕਿ ਉਹਨਾਂ ਨੇ ਇਸ ਪ੍ਰੋਫੈਸ਼ਨ ਨੂੰ ਇੰਨੇ ਗ੍ਰੇਸਫੁਲੀ ਹੈਂਡਲ ਕੀਤਾ ਔਰ ਇੰਨੇ ਅੱਗੇ ਤੱਕ ਉਹ ਆਏ, ਔਰ ਉਹਨਾਂ ਨੂੰ ਦੇਖ ਕੇ ਹੌਸਲਾ ਵੀ ਹੁੰਦਾ ਹੈ ਕਿ ਔਰਤਾਂ ਵਾਸਤੇ ਵੀ ਇਸ ਪਾਸੇ ਬਹੁਤ ਵੱਡਾ ਬਹੁਤ ਕੁਝ ਹਾਸਲ ਕਰਨ ਨੂੰ ਹੈ। ਪਰ ਮੈਂ ਇਕੱਲੇ ਕਿਤੇ ਤੁਸੀਂ ਜਾ ਨਹੀਂ ਸਕਦੇ, ਸਪੈਸ਼ਲੀ ਚੰਡੀਗੜ੍ਹ ਜਾਂ ਦਿੱਲੀ ਜਦੋਂ ਕਿਤੇ ਜਾਣਾ ਹੁੰਦਾ ਤਾਂ ਮੈਂ ਆਈ ਮੇਕ ਸ਼ੋਰ ਕਿ ਮੈਂ ਆਪਣੇ ਹਸਬੈਂਡ ਤੋਂ ਬਗੈਰ ਨਾ ਜਾਵਾਂ, ਕਿਉਂਕਿ ਸਾਡਾ ਸੋਸ਼ਲ ਸਟਰਕਚਰ ਉਹ ਜਿਹਾ, ਕਈ ਸੋਸ਼ਲ ਹੋਰ ਚੀਜ਼ਾਂ ਵੀ ਧਿਆਨ 'ਚ ਰੱਖਣੀਆਂ ਪੈਂਦੀਆਂ। ਸੋ ਜਦੋਂ ਦੋਨੋਂ ਜਣੇ ਅਸੀਂ ਐਬਸੈਂਟ ਹੁੰਦੇ ਹਾਂ ਤਾਂ ਫਿਰ ਤਾਂ ਬੇਟਾ ਬਿਲਕੁਲ ਹੀ ਨਿਗਲੈਕਟ ਹੋ ਜਾਂਦਾ ਹੈ। ਸੋ ਇੱਕ ਔਰਤ ਹੋਣ ਦੇ ਨਾਤੇ ਬਹੁਤ ਚੈਲੰਜਸ ਹੈਗੇ ਆ, ਬਟ ਫਿਰ ਵੀ ਮੈਂ ਸਮਝਦੀ ਹਾਂ ਕਿ ਅੱਜ ਵੀ ਪੋਲਿਟਿਕਸ ਵਿੱਚ ਉਨੀਆਂ ਔਰਤਾਂ ਨਹੀਂ ਹਨ ਜਿੰਨੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਜਿਸ ਪਾਸੇ ਆਪਾਂ ਜੇ ਇਹ ਦੇਖ ਰਹੇ ਕਿ ਮੈਨੂੰ ਬੀਇੰਗ ਅ ਫੀਮੇਲ ਕਿੰਨੀਆਂ ਡਿਫਿਕਲਟੀਜ਼ ਹੈ, ਤਾਂ ਆਪਾਂ ਇਹ ਨਹੀਂ ਦੇਖ ਰਹੇ ਕਿ ਸਾਡੇ ਜਿਹੜਾ ਸਾਡਾ ਸੋਸਾਇਟੀ ਹੈ ਉਹਦੇ ਵਿੱਚ ਅੱਧੀ ਆਬਾਦੀ ਔਰਤਾਂ ਦੀ ਹੈ, ਤੇ ਉਹਨਾਂ ਦੀ ਗੱਲ ਕੌਣ ਸੁਣੂਗਾ, ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਕੌਣ ਦਊਗਾ, ਉਹਨਾਂ ਦੀ ਦੁੱਖ ਤਕਲੀਫ ਨੇੜਿਓਂ ਜਾ ਕੇ ਕੌਣ ਸੁਣੇਗਾ। ਸਾਡੀ ਸੋਸਾਇਟੀ ਨੂੰ ਲੋੜ ਹੈ ਕਿ ਔਰਤਾਂ ਅੱਗੇ ਆ ਕੇ ਔਰਤਾਂ ਨੂੰ ਰਿਪਰੈਜ਼ੈਂਟ ਕਰਨ। ਤੁਹਾਨੂੰ ਲੱਗਦਾ ਕਿ ਜਿੱਥੇ ਤੁਹਾਡੇ ਸਾਹਮਣੇ ਜੇ ਮੈਂ ਕੰਪੀਟੀਟਰ ਦੇਖਾਂ ਤਾਂ ਮੌਜੂਦਾ ਐਮਐਲਏ ਔਰ ਉਹਨਾਂ ਦੇ ਕੋਲ ਇੱਕ ਪੋਲੀਟੀਕਲ ਬੈਕਗ੍ਰਾਉਂਡ ਵੀ ਹੈ, ਤੁਹਾਡੇ ਕੋਲੇ ਤੁਸੀਂ ਆਪਣਾ ਸਟਰਕਚਰ ਆਪ ਖੜਾ ਕੀਤਾ? ਨਹੀਂ, ਬਿਲਕੁਲ, ਬਟ ਇਹੀ ਤਾਂ ਚੀਜ਼ ਹੈ ਜਿਹਦੇ ਖਿਲਾਫ ਅਸੀਂ ਲੜ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਪੋਲਿਟਿਕਸ ਇੱਕ ਐਸਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਜਿਵੇਂ ਡਾਕਟਰ ਬੰਦਾ ਪੜ੍ਹ ਕੇ ਹੀ ਬਣ ਸਕਦਾ, ਜੇ ਲਾਇਰ ਹੈ ਤਾਂ ਉਹਨੂੰ ਆਪਣੀ ਇੱਕ ਡਿਗਰੀ ਹਾਸਲ ਕਰਕੇ ਹੀ ਵਕਾਲਤ ਉਹ ਕਰ ਸਕਦਾ, ਔਰ ਉਸ ਤੋਂ ਬਾਅਦ ਉਹ ਚੰਗਾ ਹੋਊਗਾ ਮਾੜਾ ਹੋਊਗਾ ਉਹ ਤਾਂ ਕੰਪੀਟੀਸ਼ਨ ਡਿਸਾਈਡ ਕਰੇਗਾ। ਸਿਮਿਲਰਲੀ ਪੋਲਿਟਿਕਸ ਵਿੱਚ ਤੁਸੀਂ ਕਿਸੇ ਲੀਡਰ ਦੇ ਬੇਟਾ ਹੋ ਜਾਂ ਤੁਸੀਂ ਕਿਸੇ ਮੰਤਰੀ ਦੇ ਮੁੰਡੇ ਹੋ, that should not be your qualification. Your qualification should be ਕਿ ਤੁਸੀਂ ਲੋਕਾਂ ਨਾਲ, ਲੋਕਾਂ ਵਿੱਚ ਵਿਚਰੇ ਹੋ, ਕਿ ਤੁਸੀਂ ਲੋਕਾਂ ਵਿੱਚ ਰਹੇ ਹੋ, ਕਿ ਜੋ ਲੋਕਾਂ ਦੀਆਂ ਤੁਹਾਡੇ ਨਾਲ ਅਪੇਖਸ਼ਾਵਾਂ ਹੈ ਕਿ ਤੁਸੀਂ ਉਹਨਾਂ ਨੂੰ ਪੂਰੀਆਂ ਕਰਦੇ ਹੋ। ਸਿਰਫ ਇੱਕ ਮੇਰਾ ਤਾਂ ਇਹ ਮੰਨਣਾ ਹੈ ਕਿ ਸਾਡੇ ਵਰਗੇ ਲੋਕ ਜਿਹੜੇ ਆਮ ਘਰਾਂ ਤੋਂ, ਔਰ ਆਮ ਘਰਾਂ ਤੋਂ ਮੇਰਾ ਮਤਲਬ ਹੈ ਜਿਹੜੇ ਨਾਨ ਪੋਲੀਟੀਕਲ ਘਰਾਂ ਤੋਂ ਸੰਬੰਧ ਰੱਖਦੇ ਹੈ, ਕਿ ਉਹਨਾਂ ਵਾਸਤੇ ਹੀ ਮੇਰੀ ਸਭ ਤੋਂ ਵੱਡੀ ਲੜਾਈ ਹੈ ਕਿ ਅਸੀਂ ਜਦ ਤੱਕ ਅਸੀਂ ਸਿਸਟਮ ਨਾਲ ਲੜਨ ਦੀ ਗੱਲ ਕਰ ਰਹੇ ਹਾਂ। ਕਿਹੜੇ ਮੈਂ ਜੇ ਪੁੱਛਾਂ ਕਿ ਕੰਮ ਕੀਤੇ ਤੁਸੀਂ, ਜਾਂ ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਜਾਓਗੇ, ਜਿੱਦਾਂ ਤੁਸੀਂ ਕਿਹਾ ਕਿ ਅਸੀਂ ਕੰਮ ਕਰਦੇ ਰਹੇ ਔਰ ਫੈਮਿਲੀ ਦਾ ਪੂਰਾ ਤੁਹਾਨੂੰ ਸਪੋਰਟ ਮਿਲਦਾ ਰਿਹਾ ਹੁਣ ਤੱਕ? ਸਰ, ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਇੱਕ ਬਿਲਕੁਲ ਆਮ ਸਧਾਰਨ ਪਰਿਵਾਰ ਤੋਂ ਸੰਬੰਧ ਰੱਖਦੀ ਹਾਂ। ਬਾਈ ਸਧਾਰਨ ਆਈ ਮੀਨ ਇੱਕ ਨੋਰਮਲ ਫੈਮਿਲੀ, ਗੈਰ ਸਿਆਸੀ ਫੈਮਿਲੀ। ਜਿਵੇਂ ਤੁਸੀਂ ਇੰਟਰੋਡਕਸ਼ਨ 'ਚ ਹੀ ਕਿਹਾ, ਮੇਰੇ ਫਾਦਰ ਸਾਹਿਬ ਆਰਮੀ 'ਚੋਂ ਰਿਟਾਇਰ ਹੋਏ ਨੇ, ਮੇਰੇ ਦਾਦਾ ਜੀ ਫੌਜ ਸੀਗੇ, ਮੇਰੇ ਤਾਇਆ ਜੀ ਫੌਜ ਸੀਗੇ, ਮੇਰੇ ਸਹੁਰਾ ਪਰਿਵਾਰ ਵਿੱਚ ਵੀ ਤਕਰੀਬਨ ਸਾਰੇ ਹੀ ਆਰਮਡ ਫੋਰਸਿਸ 'ਚ ਹੀ ਉਹਨਾਂ ਨੇ ਆਪਣੀ ਸਰਵਿਸ ਕੀਤੀ ਹੈ। ਮੇਰੇ ਸਹੁਰਾ ਸਾਹਿਬ, ਮੇਰੇ ਤਾਇਆ ਜੀ, ਇਹਨਾਂ ਦੇ ਤਾਇਆ ਜੀ ਮੇਰੇ ਹਸਬੈਂਡ ਦੇ। ਸੋ ਮੇਰੇ ਕੋਲ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਸੀ ਇਸ ਪਾਸੇ। ਮੈਂ ਪਹਿਲੀ ਇਲੈਕਸ਼ਨ ਜੇ ਲੜੀ ਤਾਂ ਉਹ ਸਟੂਡੈਂਟ ਯੂਨੀਅਨ ਦੀ ਲੜੀ, ਆਪ ਆਪਣੇ ਬਲ ਤੇ ਲੜੀ, ਔਰ ਚੋਣ ਲੜ ਕੇ ਮੈਂ ਪੰਜਾਬ ਦੀ ਪਹਿਲੀ ਪ੍ਰਧਾਨ ਬਣੀ, ਔਰ ਉਸ ਵੇਲੇ ਮੈਂ ਇਕੱਲੀ ਮਹਿਲਾ ਪ੍ਰਧਾਨ ਸੀ ਪੂਰੇ ਹਿੰਦੁਸਤਾਨ ਵਿੱਚ ਜਿਹੜੀ ਇੱਕ ਸੂਬੇ ਨੂੰ ਰਿਪਰੈਜ਼ੈਂਟ ਕਰੇ। ਉਸ ਤੋਂ ਬਾਅਦ ਮੈਂ ਆਪਣੇ ਜਿਹੜੇ ਸਟੂਡੈਂਟਸ ਸੀਗੇ ਸਾਡੇ ਸਾਥੀ, ਉਹਨਾਂ ਦੇ ਮੁੱਦੇ ਉਠਾਏ, ਉਹਨਾਂ ਦੇ ਆਧਾਰ ਤੇ ਮੈਨੂੰ ਯੂਥ ਕਾਂਗਰਸ ਵਿੱਚ ਉਹਨਾਂ ਨੇ ਆਪਣਾ ਬਣਾਇਆ, ਪਰਫਾਰਮਰ ਬਣਾਇਆ। ਯੂਥ ਕਾਂਗਰਸ ਦੀ ਚੋਣ ਲੜੀ, ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਰਹੀ 2 ਟਰਮਸ ਵਾਸਤੇ, ਫਿਰ ਨੈਸ਼ਨਲ ਸੈਕਟਰੀ ਬਣੀ। ਔਰ ਮੈਂ ਆਪਣੇ ਮੇਲ
ਕਲੀਗਸ ਦੇ ਬਰਾਬਰ ਕੰਮ ਕੀਤਾ ਹੈ, ਜ਼ਿਆਦਾ ਕੀਤਾ ਹੈ। ਕਈ ਵਾਰੀ ਬੱਸਾਂ ਜੇ ਬਾਕੀ 5 ਲੈ ਜਾਂਦੇ ਸੀ, ਮੈਂ 10-10 ਬੱਸਾਂ ਲਗਾਈਆਂ। ਰਾਤ ਨੂੰ ਬੱਸਾਂ ਨਾਲ ਟਰੈਵਲ ਕੀਤਾ ਹੈ, ਭਾਵੇਂ ਗੱਡੀ 'ਚ ਜਾਂਦੀ ਸੀ, ਪਰ ਰਾਤ ਜੇ ਬੱਸਾਂ ਸਵੇਰੇ 9 ਵਜੇ ਦਿੱਲੀ ਪਹੁੰਚਣੀ ਹੈ ਤਾਂ ਮੈਂ ਨਾਲ ਹੁੰਦੀ ਸੀ, ਮੋਹਰੇ ਹੁੰਦੀ ਸੀ। ਔਰ ਮੈਨੂੰ ਲੱਗਦਾ ਹੈ ਕਿ ਮੇਰੇ ਕੰਮਾਂ ਦੇ ਆਧਾਰ ਤੇ ਮੈਨੂੰ ਇਹ ਟਿਕਟ ਮਿਲੀ ਹੈ। ਪਿਛਲੀ ਵਾਰ ਰਾਹੁਲ ਗਾਂਧੀ ਜੀ ਨੇ ਜੇ ਮੈਨੂੰ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਤਾਂ ਮੇਰੇ ਕੰਮਾਂ ਦੇ ਆਧਾਰ ਤੇ ਦਿੱਤਾ। ਔਰ ਉਸ ਤੋਂ ਬਾਅਦ ਹਾਰਨ ਦੇ ਬਾਵਜੂਦ ਮੈਂ ਸੁਨਾਮ ਵਿੱਚ 5 ਸਾਲ ਲਗਾਤਾਰ ਇੱਥੋਂ ਦੇ ਲੋਕਾਂ ਨਾਲ ਜੁੜਨ ਦਾ ਕੰਮ ਕੀਤਾ ਹੈ। ਇੱਥੋਂ ਦੇ ਲੋਕਾਂ ਨੂੰ ਦਿਨ ਰਾਤ ਮੈਂ ਸਭ ਤੋਂ ਪਹਿਲਾਂ ਮੈਂ ਆਪਣਾ ਇਹ ਸਹੁੰ ਖਾਧੀ ਸੀ ਕਿ ਮੈਂ ਰਹਿਣਾ ਸੁਨਾਮ ਵਿੱਚ ਹੈ। ਜੇ ਸੁਨਾਮ ਦੇ ਲੋਕਾਂ ਤੋਂ ਵੋਟ ਲੈਣੀ ਹੈ ਤਾਂ ਸੁਨਾਮ ਵਿੱਚ ਰਹਿਣਾ ਹੈ। ਮੈਂ ਉਸ ਪੋਲਿਟਿਕਸ ਦੇ ਬਿਲਕੁਲ ਖਿਲਾਫ ਹਾਂ ਜਿਹੜੀ ਇੱਥੇ ਲੋਕਾਂ ਨੇ ਇੱਕ ਰਿਵਾਜ ਚਲਾਇਆ ਹੋਇਆ ਸੀਗਾ ਕਿ 9 to 6 ਜਿਹੜੀ ਪੋਲਿਟਿਕਸ ਹੈ ਕਿ ਸਵੇਰੇ 9 ਵਜੇ ਚੰਡੀਗੜ੍ਹੋਂ ਚੱਲੋ, 11 ਵਜੇ ਪਹੁੰਚੋ, ਭੋਗ ਅਟੈਂਡ ਕਰੋ, ਵਿਆਹ ਅਟੈਂਡ ਕਰੋ, 6 ਵਜੇ ਨੂੰ ਵਾਪਸ। ਜਦ ਤੁਸੀਂ ਇੱਕ ਐਮਐਲਏ ਹੋ, ਤੁਸੀਂ ਇੱਕ ਇਲਾਕੇ ਦੇ ਐਮਐਲਏ ਹੋ, ਤੁਸੀਂ ਮੰਤਰੀ ਨਹੀਂ ਹੋ, ਤੁਹਾਨੂੰ ਚੰਡੀਗੜ੍ਹ ਰਹਿਣ ਦੀ ਲੋੜ ਨਹੀਂ ਤੇ ਤੁਹਾਨੂੰ ਉੱਥੇ ਦੇ ਲੋਕਲ ਜਿੱਥੋਂ ਦੇ ਲੋਕਾਂ ਦੀ ਵੋਟਾਂ ਲੈ ਕੇ ਤੁਸੀਂ ਬਣਦੇ ਹੋ, ਤੁਹਾਨੂੰ ਉੱਥੇ ਰਹਿਣਾ ਜ਼ਰੂਰੀ ਹੈ। ਜੇ ਕੰਮ ਨਹੀਂ ਤਾਂ ਘੱਟੋ ਘੱਟ ਤੁਸੀਂ ਅਵੇਲੇਬਲ ਤਾਂ ਹੋਵੋ। ਸੋ ਮੈਂ 24 ਘੰਟੇ ਇੱਥੇ ਸਭ ਤੋਂ ਪਹਿਲਾਂ ਹਾਜ਼ਰ ਰਹੀ, ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੋਈ। ਭਾਵੇਂ ਉਹ ਜਿੰਨੀ ਵਾਰ ਸੁਨਾਮ ਤੇ ਭੀੜ ਪਈ ਹੈ, ਭਾਵੇਂ ਫਤਿਹਵੀਰ ਵਾਲਾ ਮੁੱਦਾ ਸੀਗਾ ਜਾਂ ਈਵਨ ਕਰੋਨਾ ਦੇ ਟਾਈਮ ਜਦੋਂ ਬਾਕੀ ਲੀਡਰ ਔਰ ਬਾਕੀ ਪਾਰਟੀਆਂ ਦੇ ਰਿਪਰੈਜ਼ੈਂਟੇਟਿਵਸ ਲੱਭੇ ਹੀ ਨਹੀਂ, ਕਈ ਤਾਂ ਵਿਦੇਸ਼ਾਂ 'ਚ ਜਾ ਕੇ ਬਹਿ ਗਏ। ਸਾਡੇ ਇੱਥੋਂ ਦੇ ਜਿੱਤੇ ਹੋਏ ਵਿਧਾਇਕ ਸਾਹਿਬ ਤਾਂ 4 ਮਹੀਨੇ ਅਮਰੀਕਾ ਲਾ ਕੇ ਆਏ ਉਹਨਾਂ ਦਿਨਾਂ 'ਚ। ਤੇ ਮੈਂ ਤੇ ਮੇਰਾ ਪਰਿਵਾਰ ਇੱਥੇ ਕਰੋਨਾ ਦੇ ਨਾਲ ਅਸੀਂ ਸੁਨਾਮ ਦੇ ਸਾਡੇ ਲੋਕਾਂ ਦੇ ਨਾਲ ਰਲ ਕੇ ਉਹ ਲੜਾਈ ਲੜੀ ਔਰ ਇੱਕ ਦਿਨ ਵੀ ਹਲਕੇ 'ਚੋਂ ਅਸੀਂ ਐਬਸੈਂਟ ਨਹੀਂ ਹੋਏ। ਉਸ ਤੋਂ ਇਲਾਵਾ ਜਿਹੜੇ ਕੰਮ ਮੈਨੂੰ ਲੱਗਦਾ ਹੈ ਕਿ ਜਿਹੜੇ 20 25 ਸਾਲ ਇੱਥੇ ਕੰਮ ਨਹੀਂ ਸੀ ਹੋਏ, ਉਹ ਮੈਂ ਹਾਰਨ ਦੇ ਬਾਵਜੂਦ ਕਰਵਾਉਣ 'ਚ ਕਾਮਯਾਬ ਹੋਈ। ਭਾਵੇਂ ਉਹ ਊਧਮ ਸਿੰਘ ਜੀ ਦਾ ਮੈਮੋਰੀਅਲ ਹੋਵੇ, ਲੌਂਗੋਵਾਲ ਦਾ ਪੁਲ ਹੋਵੇ, 30 40 ਸਾਲ ਪੁਰਾਣੇ ਕੂੜੇ ਦੇ ਡੰਪ ਹੋਣ ਸੁਨਾਮ ਤੋਂ, 40 ਸਾਲ ਦੀ ਦੱਬੀ ਹੋਈ ਜ਼ਮੀਨ, ਲੀਡਰ ਤਾਂ ਜ਼ਮੀਨਾਂ ਨੱਪਦੇ ਹੈ ਤੇ ਅਸੀਂ ਕਰੋੜਾਂ ਦੀ ਜ਼ਮੀਨ 8 ਕਿੱਲੇ ਤਾਂ PWD ਰੈਸਟ ਹਾਊਸ ਦੇ ਨਾਲ ਅਸੀਂ ਛੜਾ ਕੇ ਨਗਰ ਕੌਂਸਲ ਦੇ ਨਾਮ ਕਰਵਾਇਆ ਔਰ ਅੱਗੇ ਵੀ ਹੋਰ ਵੀ ਬਾਕੀ ਸਾਡੀ ਲੜਾਈ ਜਾਰੀ ਹੈ ਉਸ ਜ਼ਮੀਨ ਨੂੰ ਛੁਡਵਾਉਣ ਵਾਸਤੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇੱਥੇ ਰਹਿਣਾ ਸ਼ੁਰੂ ਕਰਤਾ ਤਾਂ ਸਾਨੂੰ ਇੱਥੋਂ ਦੀਆਂ ਦੁੱਖ ਤਕਲੀਫਾਂ ਵੀ ਸਮਝ ਆਉਣ ਲੱਗ ਗਈਆਂ। ਸਾਨੂੰ ਪਤਾ ਲੱਗ ਗਿਆ ਕਿ ਸੁਨਾਮ 'ਚ ਕਿਹੜੀ ਚੀਜ਼ ਦੀ ਲੋੜ ਹੈ, ਸੁਨਾਮ 'ਚ ਕਿਹੜੀ ਚੀਜ਼ਾਂ ਚਾਹੀਦੀਆਂ। ਔਰ ਜਦੋਂ ਮੈਂ ਤੁਹਾਨੂੰ ਮਿਲਵਾਉਣੀ ਆ ਮੇਰੀ ਫੈਮਿਲੀ ਨਾਲ, ਬਿਲਕੁਲ ਮੇਰਾ 3 ਸਾਲ ਦਾ ਬੇਟਾ ਤੇ ਮੇਰੀ 72 ਸਾਲ ਦੀ ਮਾਂ ਜਦੋਂ ਇੱਥੇ ਰਹਿੰਦੇ ਨੇ ਤਾਂ ਮੈਂ ਉਹਨੂੰ ਡਾਕਟਰ ਦੇ ਵੀ ਇੱਥੇ ਲੈ ਜਾਣਾ। ਮੇਰੀ ਮਾਂ ਨੇ ਸਮਾਨ, ਸਬਜ਼ੀਆਂ, ਗਰੋਸਰੀਜ਼ ਵੀ ਇੱਥੋਂ ਹੀ ਖਰੀਦਣੀਆਂ ਤੇ ਜਦੋਂ ਅਸੀਂ ਰੋਜ਼ ਸਾਡੇ ਸ਼ਹਿਰ ਦੇ 10-10 ਗੇੜੇ ਲੱਗਣੇ ਆ ਤਾਂ ਸਾਨੂੰ ਆਪੇ ਨਜ਼ਰ ਆਊਗਾ ਕਿ ਕਿਹੜੀ ਗਲੀ 'ਚ ਟੋਆ ਹੈ ਤੇ ਕਿੱਥੇ ਕੀ ਪ੍ਰੋਬਲਮ ਹੈ ਤੇ ਕਿਹੜੇ ਹਸਪਤਾਲ 'ਚ ਕਿਹੜੀ ਫੈਸਿਲਿਟੀ ਹੈ ਤੇ ਕਿੱਥੇ ਨਹੀਂ ਹੈ। ਜਾਂ ਮਤਲਬ ਲੋਕੀ ਬੇਸਿਕਲੀ ਆਪਣੇ ਲੀਡਰ ਤੋਂ ਸਭ ਤੋਂ ਪਹਿਲੀ ਜਿਹੜੀ ਅਪੇक्षा ਰੱਖਦੇ ਆ ਉਹ ਇਹ ਹੈ ਕਿ ਲੀਡਰ ਉੱਥੇ ਰਹਿਣਾ ਚਾਹੀਦਾ, ਉੱਥੇ ਮੌਜੂਦ ਹੋਣਾ ਚਾਹੀਦਾ ਔਰ ਨੇਰੇ ਸਵੇਰੇ ਉਹਨਾਂ ਦੀ ਸੇਵਾ ਵਿੱਚ ਘੱਟੋ ਘੱਟ ਉਹਨਾਂ ਦੇ ਦੁੱਖ ਸੁਣਨ ਵਾਸਤੇ ਇੱਕ ਲੀਡਰ ਮੌਜੂਦ ਹੋਵੇ। ਅੱਜ ਕੱਲ ਕੋਈ ਵੀ ਪੀਏ ਨੂੰ ਮਿਲ ਕੇ ਰਾਜੀ ਨਹੀਂ। ਬਿਲਕੁਲ। ਤਾਂ ਇਹ ਤੁਹਾਡਾ ਘਰ ਹੈ ਜੀ, ਫੋਟੋਆਂ ਸਾਰੀਆਂ ਫੌਜੀਆਂ ਦੀਆਂ ਲੱਗੀਆਂ ਹੋਈਆਂ ਇੱਧਰ ਜੀ। ਸੋ ਮੈਂ ਦੱਸਣਾ ਚਾਹੂੰਗੀ ਇਹ ਮੇਰੇ ਫਾਦਰ ਸਾਹਿਬ ਨੇ, ਕਰਨਲ ਥਿੰਦ। ਹਾਂਜੀ, ਇਹ ਮੇਰੇ ਫਾਦਰ ਨੇ, ਇਹਨਾਂ ਦੀ ਐਜ਼ ਅ ਯੰਗ ਆਫਿਸਰ ਉਹਨਾਂ ਦੀ ਪਿਕਚਰ ਹੈ। ਇਹ ਮੇਰੇ ਦਾਦਾ ਜੀ ਨੇ, ਮੇਜਰ ਜੋਗਿੰਦਰ ਸਿੰਘ। ਹਾਂਜੀ, ਔਰ ਇਹ ਮੇਰੇ ਹਸਬੰਡ ਦੇ ਫਾਦਰ ਸਾਹਿਬ ਨੇ, ਇਹ 에ਅਰ ਫੋਰਸ ਤੋਂ ਰਿਟਾਇਰ ਹੋਏ ਨੇ। ਇਹ ਉਹਨਾਂ ਦੇ ਵੱਡੇ ਤਾਇਆ ਜੀ ਨੇ। ਇਹ ਵੀ ਐਜ਼ ਜਨਰਲ ਰਿਟਾਇਰ ਹੋਏ ਸੀਗੇ। ਇਹ ਮੇਰੇ ਹਸਬੰਡ ਦੇ ਦਾਦਾ ਜੀ ਨੇ, ਹੀ ਵਾਸ ਅ ਕੈਪਟਨ ਇਨ ਦ ਬ੍ਰਿਟਿਸ਼ ਆਰਮੀ। ਇਹ ਮੇਰੇ ਹਸਬੰਡ ਦੇ ਦੂਸਰੇ ਤਾਇਆ ਜੀ ਨੇ, ਇਹ 에ਅਰ ਮਾਰਸ਼ਲ ਸੀਗੇ ਔਰ ਮੈਡੀਕਲ ਸਰਵਿਸਿਜ਼ ਦੇ ਹੈਡ ਰਹੇ ਨੇ। ਸੋ ਤਕਰੀਬਨ ਕੁੱਲ ਮਿਲਾ ਕੇ ਸਾਡੀ ਇਹ ਫੌਜੀ ਫੈਮਿਲੀ ਹੈ। ਇਹ ਮੇਰਾ ਬੇਟਾ ਹੈ ਜੀ, ਗੁਰਨਦਰ। ਹਰਮਨ ਜੀ ਸਵਾਗਤ ਹੈ ਬਹੁਤ ਬਹੁਤ। ਥੈਂਕ ਯੂ ਭਾਈ, ਥੈਂਕ ਯੂ। ਗੁਰਨਦਰ, ਸਤਿ ਸ਼੍ਰੀ ਅਕਾਲ ਬੁਲਾਓ। ਅੱਛਾ, ਆਪਣਾ ਨਾਮ ਦੱਸ ਦਿਓ। ਨਾਮ ਕੀ ਹੈ ਤੁਹਾਡਾ? ਠੀਕ ਔਰ ਇਹ ਮੇਰੇ ਮਾਤਾ ਜੀ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਕਿੱਦਾਂ ਚੱਲ ਰਿਹਾ ਚੋਣ ਪ੍ਰਚਾਰ? ਠੀਕ ਚੱਲ ਰਿਹਾ ਬੇਟਾ, ਠੀਕ ਚੱਲ ਰਿਹਾ? ਹਾਂਜੀ। ਠੀਕ ਹੈ। ਸੋ ਇਸ ਮੇਰੀ ਫੈਮਿਲੀ ਹੈ, ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਦੀ। ਸੋ ਕੁੱਲ ਮਿਲਾ ਕੇ ਅਸੀਂ ਸਾਰੇ ਇੱਥੇ ਹੀ ਰਹਿੰਦੇ ਹਾਂ ਔਰ ਇੱਥੇ ਹੀ ਰਵਾਂਗੇ ਔਰ ਸੁਨਾਮ ਦੀ ਸੇਵਾ ਵਿੱਚ ਹਰ ਵੇਲੇ ਅਸੀਂ ਸਮਰਪਿਤ ਹਾਂ। ਸੋ ਦਮਨ ਥਿੰਦ ਬਾਜਵਾ ਹੁਣੀ, ਉਹਨਾਂ ਦਾ ਪੂਰਾ ਪਰਿਵਾਰ ਸੀ। ਜਿੱਦਾਂ ਮੈਂ ਪਹਿਲਾਂ ਹੀ ਕਿਹਾ, ਆ ਤਸਵੀਰਾਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਔਰ ਇਹਨਾਂ ਦਾ ਸੁਪਨਾ, ਕਹਿੰਦੇ ਇੱਕ ਸਹੁੰ ਖਾਧੀ ਸੀ
ਕਿ ਬਾਹਰੋਂ ਜਿਹੜੇ ਬੰਦੇ ਆਉਂਦੇ ਆ, ਖਾਸ ਕਰਕੇ ਚੰਡੀਗੜ੍ਹ ਤੋਂ ਕਿਹੜੇ ਆਉਂਦੇ। ਇੰਟਰਸਟਿੰਗ ਗੱਲ ਇਹਦੇ ਵਿੱਚ ਹੈ ਕਿ ਕਹਿੰਦੇ ਸਹੁੰ ਇਹ ਖਾਧੀ ਸੀ ਕਿ ਹਲਕਾ ਨਹੀਂ ਛੱਡਣਾ, ਔਰ ਬਾਹਰੋਂ ਜਿਹੜੇ ਬੰਦੇ ਆਉਂਦੇ ਸੀ ਖਾਸ ਕਰਕੇ, ਔਰ ਉਹਨਾਂ ਨੂੰ ਨਹੀਂ ਰਹਿਣ ਦੇਣਾ, ਔਰ ਸੁਨਾਮ ਲਈ ਕੰਮ ਕਰਨਾ ਇਹਨਾਂ ਦਾ ਟੀਚਾ ਹੈ। ਕਿ ਬਹੁਤ ਸਾਰੇ ਕੰਮ ਅਸੀਂ ਕੀਤੇ ਆ, ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਬਾਕੀ ਨੇ, ਔਰ ਲਗਾਤਾਰ ਗਰਾਊਂਡ ਦੇ ਵਿੱਚ ਨੇ। ਪਰ ਦੇਖਣਾ ਇਹ ਹੈ ਕਿ ਸੁਨਾਮ ਦੀ ਜਨਤਾ ਕਿਹਦੇ ਤੇ ਆਪਣਾ ਜੋ ਭਰੋਸਾ ਹੈ ਉਹ ਜਤਾਉਂਦੀ ਹੈ। ਕੈਮਰਾ ਪਰਸਨ ਵਿੱਕੀ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸੁਨਾਮ।